ਪਹਿਲਾਂ ਉਹਨਾਂ ਨੇ 10,000 ਦਾ ਚਲਾਨ ਰੱਖਿਆ ਸੀ, ਜਦੋਂ ਸੁਪਰੀਮ ਕੋਰਟ ਦਾ ਆਰਡਰ ਆਇਆ ਉਹਨਾਂ ਨੇ ਬਾਉਂਡ ਕਰਨਾ ਸ਼ੁਰੂ ਕਰਤਾ ਹੈ। ਉਹਨਾਂ ਨੇ ਇਹ ਵੀ ਕਰ ਦਿੱਤਾ ਹੈ ਕਿ ਓਲਾ ਉਬਰ 'ਚ ਅਗਰ ਉੱਥੇ ਕੋਈ ਬਾਈਕ ਬੁੱਕ ਕਰਦਾ ਤੇ ਉਹ ਐਪਲੀਕੇਸ਼ਨ ਦੇ ਵਿੱਚ ਬੁੱਕ ਹੀ ਨਹੀਂ ਹੋਏਗੀ ਹੁਣ। ਤੇ ਫਿਰ ਉਹ ਇੱਥੇ ਕਿਉਂ ਨਹੀਂ ਹੋ ਰਿਹਾ? ਇੱਥੇ ਸਿਰਫ ਚਲਾਨ ਹੋ ਰਹੇ। ਇੱਕ ਵੀ ਚਲਾਨ ਦਿਖਾ ਦਿਓ ਜਿਹੜਾ ਉਹਨਾਂ ਨੇ ਵਾਈਟ ਪਲੇਟ ਦੇ ਪਿੱਛੇ ਅੱਜ ਕੱਟਿਆ ਹੋਵੇ, ਜਾਂ ਉਹਨਾਂ ਨੇ ਬਾਈਕ ਦਾ ਚਲਾਨ ਕੱਟਿਆ ਹੋਵੇ। ਉਹਨਾਂ ਕੋਲ ਰਾਈਟ ਹੀ ਨਹੀਂ ਹੈ ਜੀ ਕਿ ਉਹ ਵਾਈਟ ਪਲੇਟ ਕੱਟਦੇ ਨੇ ਚਲਾਨ। ਅੱਧਾ ਘੰਟਾ ਕਿਤੇ ਉਹ ਆਪਣੀ ਮੁਹਿੰਮ ਚਲਾਉਂਦੇ ਨੇ, ਚੈੱਕ ਪੋਸਟ ਚਲਾਨ ਚੈੱਕ ਕਰਨੀ ਜਾਂ ਕੁਝ ਵੀ ਆਪਣਾ ਅਵੇਅਰਨੈਸ ਲਈ, ਤਾਂ ਉਹਦੇ ਵਿੱਚ ਸਿਰਫ ਸਾਡੀ ਟੈਕਸੀ ਪੀਲੀ ਪਲੇਟ ਦਾ ਹੀ ਚਲਾਨ ਹੋ ਰਿਹਾ, ਵਾਈਟ ਪਲੇਟ ਦਾ ਕੋਈ ਚਲਾਨ ਨਹੀਂ ਹੋ ਰਿਹਾ ਜੀ। ਸਰਕਾਰ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਅਗਰ ਸੰਵਿਧਾਨ ਦੇ ਅਕੋਰਡਿੰਗ ਤੁਸੀਂ ਸਾਡੇ ਲਈ ਕੋਈ ਐਗਰੀਗੇਟਰ ਪਾਲਿਸੀ ਬਣਾਈ ਹੈ ਤਾਂ ਉਹਨੂੰ ਲਾਗੂ ਕੌਣ ਕਰੇਗਾ ਤੇ ਕਿਵੇਂ ਕਰੋਗੇ? ਬਸ ਤੇ ਉਹਦੇ ਲਈ ਅਸੀਂ ਭੁੱਖ ਹੜਤਾਲ ਤੇ ਅਸੀਂ ਬਹਿ ਰਹੇ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਰਵਾਨ। ਚੰਡੀਗੜ੍ਹ ਦੇ ਵਿਚਕਾਰ ਆਟੋ ਕੈਬ ਪਦਾਧਿਕਾਰੀਆਂ ਦੀ ਇੱਕ ਮੀਟਿੰਗ ਹੁੰਦੀ ਹੈ। ਮੀਟਿੰਗ ਦੇ ਬਾਅਦ ਜੋ ਹੈ ਉਹ ਕਹਿੰਦੇ ਨੇ ਕਿ 10 ਅਗਸਤ ਤੋਂ ਲੈ ਕੇ 15 ਅਗਸਤ ਤੱਕ ਜੋ ਹੈ ਚੱਕਾ ਜਾਮ ਕਰਾਂਗੇ। ਵਜ੍ਹਾ ਕੀ ਹੈ? ਵਜ੍ਹਾ ਇਹ ਸਾਡੀ ਡਿਮਾਂਡਸ ਹੈਗੀਆਂ, ਜਿਹੜੀਆਂ ਸਾਡੀਆਂ ਬੇਸਿਕ ਨੀਡਸ ਹੈਗੀਆਂ ਨੇ, ਸਾਡੇ ਜਿਹੜੇ ਰਾਈਟਸ ਹੈਗੇ ਨੇ ਉਹ ਸਾਨੂੰ ਮਿਲ ਹੀ ਨਹੀਂ ਰਹੇ। ਚਾਹੇ ਉਹ ਐਗਰੀਗੇਟਰ ਪਾਲਿਸੀ ਦੇ ਗਾਈਡਲਾਈਨਸ ਹੈਗੇ ਨੇ ਜਿਹੜੇ ਸਾਡੇ ਹੱਕਾਂ ਲਈ ਨੇ, ਜਿਵੇਂ ਅੱਜ ਕੱਲ੍ਹ ਦਾ 5 ਲੱਖ ਦਾ ਮੈਡੀਕਲ ਇੰਸ਼ੋਰੈਂਸ, 10 ਲੱਖ ਦਾ ਟਰਮ ਇੰਸ਼ੋਰੈਂਸ। ਸਾਡਾ ਰੇਟ ਸਭ ਤੋਂ ਵੱਡਾ ਮੇਨ ਮੁੱਦਾ ਹੈ, ਸਾਨੂੰ ਰੇਟ ਮਿਲ ਹੀ ਨਹੀਂ ਰਿਹਾ ਜੀ 2-3 ਸਾਲਾਂ ਤੋਂ। 2018 ਦੇ ਵਿੱਚ ਰੇਟ ਸਾਨੂੰ ਮੰਨ ਲਓ, ਉਸ ਤੋਂ ਪਹਿਲਾਂ ਸਾਨੂੰ 34 ਰੁਪਏ 35 ਰੁਪਏ ਵੀ ਮਿਲਦਾ ਸੀ। 4444 ਇੱਕ ਕੈਬ ਚੱਲਦੀ ਸੀ, ਉਹਦੇ 'ਚ ਸਾਨੂੰ 28 ਰੁਪਏ ਕਿਲੋਮੀਟਰ ਵੀ ਮਿਲਿਆ, 40 ਰੁਪਏ ਰੇਟ ਵੀ ਮਿਲਿਆ ਜੀ। ਉਸ ਤੋਂ ਬਾਅਦ ਉਹ ਰੇਟ ਘਟਦਾ ਗਿਆ, ਖਰਚੇ ਵੱਧਦੇ ਗਏ ਜੀ। ਜੇ ਮੰਨ ਲਓ 2018 'ਚ ਲਾਈਏ 30 ਰੁਪਏ CNG ਸੀ ਜੀ, ਅੱਜ 90 ਰੁਪਏ ਹੋ ਗਈ ਹੈ। ਤੇ ਰੇਟ ਉਸ ਵੇਲੇ ਸਾਡਾ 18 ਰੁਪਏ ਪਰ ਕਿਲੋਮੀਟਰ ਸੀ, ਅੱਜ ਸਾਡਾ 8 ਰੁਪਏ ਕਿਲੋਮੀਟਰ ਹੈ, ਔਰ ਰੇਟ CNG ਦਾ 90 ਹੋ ਗਿਆ। ਅਸੀਂ ਸਰਵਾਈਵ ਹੀ ਨਹੀਂ ਕਰ ਪਾ ਰਹੇ। ਤੇ ਉਹਦੇ ਕਰਕੇ ਅਸੀਂ ਵਾਰ-ਵਾਰ ਪ੍ਰਸ਼ਾਸਨ, ਸੈਂਟਰ ਗਵਰਨਮੈਂਟ ਜਾਂ ਸਾਡੇ ਜਿਹੜੇ ਟਰਾਂਸਪੋਰਟ ਮਿਨਿਸਟਰ ਨੇ ਜਾਂ ਸਾਡੇ CM ਸਾਹਿਬ ਨੇ, ਜਿਵੇਂ CM ਦਿੱਲੀ ਹੈਗੇ ਨੇ ਜੀ, CM ਸਾਡੇ ਹਰਿਆਣਾ ਹੈਗੇ ਨੇ, CM ਸਾਡੇ ਪੰਜਾਬ ਹੈਗੇ ਨੇ, ਉਹਨਾਂ ਨੂੰ ਬਾਏ ਮੇਲ, ਬਾਏ ਉਹਨਾਂ ਦੇ ਜਿਹੜੇ ਸੈਕਟਰੀ ਨੇ, CMO ਨੇ, PMO ਨੇ, ਉਹਨਾਂ ਸਾਰਿਆਂ ਨੂੰ ਮੇਲ ਕਰ ਚੁੱਕੇ ਹੋਏ ਜੀ। ਕੋਈ ਰਿਵਰਟ ਨਹੀਂ ਆ ਰਿਹਾ, ਕੋਈ ਮੀਟਿੰਗ ਦਾ ਟਾਈਮ ਨਹੀਂ, ਕਿਸੇ ਤਰੀਕ ਦਾ ਕੋਈ ਸਾਨੂੰ ਅਨੁਸ਼ਾਸਨ ਨਹੀਂ ਹੈ। ਜਾਣੇ ਆ ਵਾ ਦਫ਼ਤਰਾਂ 'ਚ ਜਾ ਕੇ 2-2 ਘੰਟੇ ਬੈਠ ਕੇ ਆ ਜਾਂਦੇ ਆ ਜੀ, ਔਰ ਕੋਈ ਵੀ ਰੂਲਸ ਬਣ ਰਿਹਾ ਹੈ। ਸਾਡੀ ਸਟੇਟ ਦੇ ਜਿੰਨੇ ਵੀ ਕੋਈ ਵੀ ਜਿਹੜੀਆਂ ਸੰਸਥਾਵਾਂ ਰਜਿਸਟਰਡ ਨੇ ਜਾਂ ਅਨਰਜਿਸਟਰਡ ਨੇ, ਉਹਨਾਂ ਦੇ ਕੋਈ ਨੇਤਾ, ਕੋਈ ਵੀ ਲਾਅ ਬਣਦਾ, ਸਾਨੂੰ ਕਿਤੇ ਵੀ ਕੁਝ ਪੁੱਛਿਆ ਹੀ ਨਹੀਂ ਜਾਂਦਾ। ਸਾਨੂੰ ਤਾਂ ਸਵੇਰੇ ਇਹ ਹੁਕਮ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਇੱਕ ਤਾਨਾਸ਼ਾਹੀ ਕੋਈ ਵੀ ਸੈਂਟਰ ਸਰਕਾਰ ਜਾਂ ਕੋਈ ਸਟੇਟ ਸਰਕਾਰ ਵੀ ਸਵੇਰੇ ਜੀ ਆਹ 100 ਰੁਪਏ ਦਾ ਚਲਾਨ ਤੁਹਾਡਾ 1000 ਦਾ ਹੋ ਗਿਆ। ਬਟ ਜਿਹੜੇ ਸਾਡੇ ਸਾਹਮਣੇ ਪ੍ਰਾਈਵੇਟ ਗੱਡੀਆਂ ਚੱਲ ਰਹੀਆਂ ਨੇ, ਕਿਤੋਂ ਵੀ ਚੱਲ ਰਹੀਆਂ ਨੇ, ਹੈ ਨਾ ਜੀ, ਜਿਵੇਂ ਜ਼ੀਰਕਪੁਰ ਤੋਂ ਚੱਲ ਰਹੀਆਂ ਨੇ, ਟ੍ਰਿਬਿਊਨ ਚੌਂਕ ਤੋਂ ਚੱਲ ਰਹੀਆਂ ਨੇ, ਹੈ ਨਾ ਜੀ, ਚਾਹੇ ਸਾਡੇ ਸਾਹਮਣੇ ਕੋਈ ਵਾਈਟ ਪਲੇਟ ਬਾਈਕ ਚੱਲ ਰਹੀ ਹੈ। ਬਾਈਕ ਟੈਕਸੀ ਲਈ ਅਸੀਂ ਵਾਰ-ਵਾਰ ਬੋਲ ਰਹੇ ਹਾਂ, ਜਦੋਂ ਇਲੀਗਲ ਹੈ। ਸੁਪਰੀਮ ਕੋਰਟ ਨੇ ਕਹਿਤਾ ਜੀ ਇਹ ਪਬਲਿਕਲੀ ਸੇਫ ਨਹੀਂ ਹੈ ਤੇ ਇਹਨੂੰ ਬੈਨ ਕਰ ਦਿੱਤਾ ਜਾਵੇ। ਦਿੱਲੀ ਸਰਕਾਰ ਨੇ ਉਹਨੂੰ ਬੈਨ ਕਰ ਦਿੱਤਾ ਹੈ। ਪਹਿਲਾਂ ਉਹਨਾਂ ਨੇ 10,000 ਦਾ ਚਲਾਨ ਰੱਖਿਆ ਸੀ, ਜਦੋਂ ਸੁਪਰੀਮ ਕੋਰਟ ਦਾ ਆਰਡਰ ਆਇਆ ਉਹਨਾਂ ਨੇ ਬਾਉਂਡ ਕਰਨਾ ਸ਼ੁਰੂ ਕਰਤਾ ਹੈ। ਉਹਨਾਂ ਨੇ ਇਹ ਵੀ ਕਰ ਦਿੱਤਾ ਹੈ ਕਿ ਓਲਾ ਉਬਰ 'ਚ ਅਗਰ ਉੱਥੇ ਕੋਈ ਬਾਈਕ ਬੁੱਕ ਕਰਦਾ ਤੇ ਉਹ ਐਪਲੀਕੇਸ਼ਨ ਦੇ ਵਿੱਚ ਬੁੱਕ ਹੀ ਨਹੀਂ ਹੋਏਗੀ ਹੁਣ। ਤੇ ਫਿਰ ਉਹ ਇੱਥੇ ਕਿਉਂ ਨਹੀਂ ਹੋ ਰਿਹਾ? ਇੱਥੇ ਸਿਰਫ ਚਲਾਨ ਹੋ ਰਹੇ ਨੇ। ਲੇਕਿਨ ਚੰਡੀਗੜ੍ਹ ਟ੍ਰੈਫਿਕ ਪੁਲਿਸ ਤਾਂ ਬਹੁਤ ਨਿਯਮਾਂ ਦੀ ਉਲੰਘਣਾ ਹੋਣ ਨਹੀਂ ਦਿੰਦੀ, ਉਹ ਤਾਂ ਕਿਸੇ ਨੂੰ ਵੀ ਨਹੀਂ ਬਖਸ਼ਦੀ। ਰਾਈਟ ਬਟ ਮੈਮ, ਤੁਸੀਂ ਮੈਨੂੰ ਟ੍ਰੈਫਿਕ ਪੁਲਿਸ ਤੋਂ ਇੱਕ ਵੀ ਚਲਾਨ ਦਿਖਾ ਦਿਓ ਜਿਹੜਾ ਉਹਨਾਂ ਨੇ ਵਾਈਟ ਪਲੇਟ ਦੇ ਪਿੱਛੇ ਅੱਜ ਕੱਟਿਆ ਹੋਵੇ, ਜਾਂ ਉਹਨਾਂ ਨੇ ਬਾਈਕ ਦਾ ਚਲਾਨ ਕੱਟਿਆ ਹੋਵੇ। ਉਹਨਾਂ ਕੋਲ ਰਾਈਟ ਹੀ ਨਹੀਂ ਹੈ ਜੀ ਕਿ ਉਹ ਵਾਈਟ ਪਲੇਟ ਕੱਟਦੇ ਨੇ ਚਲਾਨ। ਨਾ ਉਹ ਵਾਈਟ ਪਲੇਟ ਬਾਈਕ ਦਾ ਕੱਟ ਸਕਦੇ, ਨਾ ਉਹ ਕੱਟ ਸਕਦੇ। ਸਿਰਫ STA ਡਿਪਾਰਟਮੈਂਟ, ਜਿਹਦੀ 'ਚ ਸਿਰਫ ਇੱਕ ਹੀ ਬੰਦਾ ਹੈ ਜੀ, ਰਵਿੰਦਰ ਸਿੰਘ ਸੈਣੀ, ਜੋ ਉਹ ਪਾਸਿੰਗ ਵੀ ਉਹ ਦੇਖਦੇ ਨੇ, ਗੱਡੀਆਂ ਦੀ ਜੋ ਪਾਸਿੰਗ ਆਉਂਦੀ ਹੈ, ਲਾਇਸੈਂਸ ਦੀ ਪ੍ਰਕਿਰਿਆ ਦੇ ਵਿੱਚ ਵੀ ਉਹ ਸਿਰਫ ਚਿਲਡਰਨ ਪਾਰਕ ਸਵੇਰੇ 10 ਵਜੇ ਤੋਂ ਲੈ ਕੇ ਉੱਥੇ ਬੈਠਦੇ ਨੇ। ਔਰ ਦਿਨ ਦੇ ਵਿੱਚ ਅਗਰ ਮੰਨ ਲਓ ਅੱਧਾ ਘੰਟਾ ਕਿਤੇ ਉਹ ਆਪਣੀ ਮੁਹਿੰਮ ਚਲਾਉਂਦੇ ਨੇ, ਚੈੱਕ ਪੋਸਟ ਚਲਾਨ ਚੈੱਕ ਕਰਨੀ ਜਾਂ ਕੁਝ ਵੀ ਆਪਣਾ ਅਵੇਅਰਨੈਸ ਲਈ, ਤਾਂ ਉਹਦੇ ਵਿੱਚ ਸਿਰਫ ਸਾਡੀ ਟੈਕਸੀ ਪੀਲੀ ਪਲੇਟ ਦਾ ਹੀ ਚਲਾਨ ਹੋ ਰਿਹਾ, ਵਾਈਟ ਪਲੇਟ ਦਾ ਕੋਈ ਚਲਾਨ ਨਹੀਂ ਹੋ ਰਿਹਾ ਜੀ, ਬਾਈਕ ਦਾ ਕੋਈ ਚਲਾਨ ਨਹੀਂ ਹੋਇਆ। ਅਸੀਂ ਅੱਜ 28 ਦਿਨ ਹੋ ਗਏ, 28 ਦਿਨ ਪਹਿਲਾਂ ਅਸੀਂ ਨਾਲ ਖੜ ਕੇ ਉਹਨਾਂ ਦੇ ਵਾਈਟ ਪਲੇਟਾਂ ਦੇ ਵੀ ਚਲਾਨ ਕਟਾਏ, ਜਿਹਦੇ ਵਿੱਚ ਬਲਾਬਲਾ ਐਪ ਜਿਹੜੀ 500 ਰੁਪਏ 'ਚ ਦਿੱਲੀ ਲੈ ਕੇ ਜਾ ਰਹੀ ਹੈ ਲੋਕਾਂ ਨੂੰ। ਕੋਈ ਸਿਕਿਉਰਿਟੀ ਨਹੀਂ, ਕੁਛ ਨਹੀਂ, ਕੋਈ ਰੂਲ ਔਰ ਰੈਗੂਲੇਸ਼ਨ ਨਹੀਂ, ਕੋਈ GST ਨਹੀਂ। ਇਨ ਡਰਾਈਵਰ GST ਦਿੰਦੀ, ਉਹ GST ਵੀ ਨਹੀਂ ਦਿੰਦੀ। ਔਰ ਉਹਦੇ 'ਚ ਪ੍ਰਾਈਵੇਟ ਗੱਡੀਆਂ ਵੀ ਚੱਲਦੀਆਂ ਜੀ, ਜਿਹੜੀ ਬਲਾ ਐਪ ਹੈਗੀ ਆ, ਉਹਦੇ 'ਚ ਪ੍ਰਾਈਵੇਟ ਗੱਡੀਆਂ ਵੀ ਚੱਲਦੀਆਂ, ਜਿਹਦੇ ਉਹ ਕਿਤੇ ਵੀ ਜਾ ਕੇ ਉਹਨਾਂ ਨੂੰ ਘਰ ਤੇ ਲੈ ਕੇ ਆਉਂਦੀ ਹੈ ਔਰ ਬੱਸ ਕਿਰਾਏ ਤੇ ਲੈ ਕੇ ਜਾਂਦੀ ਹੈ। ਮੈਕਸਿਮਮ ਗੱਡੀ ਪ੍ਰਾਈਵੇਟ ਹੀ ਹੈ ਜੀ ਉਹਦੇ 'ਚ। ਉਹ 17 ਦੇ ਬੱਸ ਸਟੈਂਡ ਤੋਂ, ਮੈਮ 17 ਦੇ ਬੱਸ ਸਟੈਂਡ ਤੋਂ 43 ਦੇ ਬੱਸ ਸਟੈਂਡ ਵੀ ਕਿਤੋਂ ਵੀ ਜਾ ਰਹੀਆਂ ਨੇ। ਆਪਕੋ ਇੱਕ ਸਵਾਲ ਹੈ ਮੇਰਾ, ਕਿਉਂਕਿ ਐਪਸ ਬਹੁਤ ਜ਼ਿਆਦਾ ਆ ਗਈਆਂ ਹੈ ਨਾ। ਇਹ ਪਹਿਲੇ ਵੀ ਹੋਇਆ ਸੀ, ਕਿਉਂਕਿ ਕੈਬ ਡਰਾਈਵਰਸ ਯੂਨੀਅਨ ਨੇ ਪਹਿਲੇ ਵੀ ਹੜਤਾਲ ਕੀਤੀ ਹੈ 18, 19, 20 ਦੇ ਵਿਚਕਾਰ ਵੀ। ਇਹ ਐਪ ਤੁਸੀਂ ਆਪਣੀ ਕਿਉਂ ਨਹੀਂ ਬਣਾ ਲੈਂਦੇ ਜਿਸ ਦੇ ਵਿਚਕਾਰ ਰਜਿਸਟਰਡ ਹੋਵਣ ਸਾਰੇ ਨੰਬਰ? ਕਿਉਂਕਿ ਬਾਰ-ਬਾਰ ਆਹੀ ਸਵਾਲ ਉੱਠਦਾ ਕਿ ਤੁਹਾਨੂੰ ਕੰਪਨੀਆਂ ਵਾਲੇ ਇੰਸ਼ੋਰੈਂਸ ਨਹੀਂ ਦਿੰਦੇ, ਇਹ ਚੀਜ਼ਾਂ ਨਹੀਂ ਪ੍ਰੋਵਾਈਡ ਕਰਦੇ। ਤੁਸੀਂ ਸਾਰੇ ਮਿਲ ਕੇ ਇੱਕ ਐਪ ਆਪ ਦੀ ਕਿਉਂ ਨਹੀਂ ਬਣਾ ਲੈਂਦੇ? ਵੈਸੇ ਮੈਨੂੰ ਲੱਗਦਾ ਸ਼ਾਇਦ ਲੁਧਿਆਣਾ ਜਲੰਧਰ ਦਾ ਬੰਦਾ ਸੀ ਜਿਹਨੇ ਬਣਾਈ ਸੀ ਪਹਿਲੇ ਵੀ। ਇੱਦਾਂ ਮੈਮ ਦੇਖੋ, ਐਪ ਸਾਡੇ ਕਈ ਸੀਨੀਅਰ ਨੇਤਾ ਨੇ, ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਵੀ ਕੀਤੀ, ਬਣਾ ਵੀ ਸਕਦੇ ਆ, ਪਰ ਉਹਦੇ ਲਈ ਰੂਲ ਔਰ ਰੈਗੂਲੇਸ਼ਨ ਬਹੁਤ ਨੇ। ਆਫਿਸ ਸਟਾਫ, IT ਦੇ ਬੰਦੇ, ਸਰਵਰ,
ਤੇ ਉਸ ਤੋਂ ਬਾਅਦ 5 ਲੱਖ ਰੁਪਇਆ ਉਹਦਾ ਇਹ ਫੀਸ ਹੈਗੀ ਹੈ ਲਾਇਸੈਂਸ ਦੀ 5 ਸਾਲ ਦੀ, ਫਿਰ ਉਹਦੀ ਸਿਕਿਉਰਿਟੀ। ਔਰ ਇੰਨਾ ਤੁਹਾਨੂੰ ਲੱਗਦਾ ਨਹੀਂ ਹੈ ਜੀ ਕੋਈ 5-7 ਲੱਖ ਰੁਪਏ ਦੀ ਜਾਂ 10 ਲੱਖ ਦੀ ਗੱਡੀ ਲੈ ਕੇ ਇੰਨਾ ਕੈਪੇਬਲ ਨਹੀਂ ਹੈ ਕਿ ਉਹ 15-20 ਲੱਖ ਰੁਪਏ ਦਾ ਆਪਣਾ ਕੋਈ। ਔਰ ਬਹੁਤ ਮੁਸ਼ਕਿਲ ਦੀ ਘੜੀ ਦੇ ਵਿੱਚ ਅਸੀਂ ਟਾਈਮ ਟਪਾ ਰਹੇ ਹਾਂ ਜੀ। ਇਸ ਟਾਈਮ ਸਿਰਫ ਇਹ ਹੈ ਕਿ ਜੀ 500 700 ਰੁਪਏ ਆਪਦੇ ਘਰ ਨੂੰ ਜਾਂ ਤਾਂ ਗੱਡੀ ਦੀ ਕਿਸ਼ਤ ਨਿਕਲ ਰਹੀ ਹੈ ਜਾਂ ਘਰ ਦਾ ਖਰਚਾ ਚੱਲ ਰਿਹਾ ਹੈ। ਤੇ ਇਸ ਟਾਈਮ ਸਾਡੇ ਕੋਲ ਕਿਸੇ ਕੋਲ ਵੀ ਇੰਨਾ ਕੋਈ ਕੈਪੇਬਲ ਨਹੀਂ ਹੈ। ਕਿੰਨੀਆਂ ਵੀ ਯੂਨੀਅਨਾਂ ਇਕੱਠੀਆਂ ਹੋ ਜਾਣ ਜੀ, ਐਪਲੀਕੇਸ਼ਨ ਨਹੀਂ ਬਣ ਸਕਦੀ, ਕਿਉਂਕਿ ਜਦੋਂ ਤੱਕ ਸਰਕਾਰ ਨਹੀਂ ਚਾਹੇਗੀ, ਜੋ ਬਣੀਆਂ ਹੋਈਆਂ ਹੈ ਜੀ ਸਰਕਾਰ ਉਹਨਾਂ ਨੂੰ ਹੀ ਸਹੀ ਕਰ ਦੇ ਤਾਂ भी ਅਸੀਂ किते किते पले हो सरकार बना ले या फिर सरकार अपनी ऐप लेके, हम तो पहले भी सरकार अपनी ऐप लेकर आए, हम तो उस पर काम करने के लिए तैयार हैं। कम से कम ये हमें ये तो पता लग जाएगा हमें लड़ना किसके खिलाफ है। अब तो ये हालात ये हैं कि इनके ऑफिस ही नहीं है, ना ओला का यहाँ ऑफिस है, ना इनड्राइवर का ऑफिस है, ना ये उबर का ऑफिस है, इनकी यहाँ तक ऑफिस नहीं है। दूसरी बात मैं आपको ये कहना चाह रहा था मैम कि जो वाइट प्लेट है, जो वाइट प्लेट पे जो बाइक है, जो गाड़ी है, जब सरकार ने ये कह दिया कि वाइट प्लेट पे कोई भी काम कमर्शियल काम नहीं कर सकता, तो मैम फिर हम कमर्शियल गाड़ी क्यों करें, फिर हम भी वाइट प्लेट पे काम करें। जब कोई कार्रवाई सरकार नाकाम है, कार्रवाई नहीं कर पा रही इन पे, क्या कंपनियों पे ये इनको ये लगाम नहीं कर सकती, ये बोल नहीं सकते कि तुरंत प्रभाव से इनको ऑफ रोड किया जाए। जब हमारी कोई एक छोटी सी एक कस्टमर की कंप्लेंट पे गाड़ी ऑफ रोड हो जाती है, क्या ये मतलब ये सरकार इन कंपनी को बोल नहीं सकती कि भी आप कोई भी गलत काम कर रहे हैं इनको तुरंत प्रभाव से हटाओ। ਵੈਸੇ ਇੱਕ ਗੱਲ ਹੈ, ਯੂਨੀਅਨ ਬਹੁਤ ਬਣ ਜਾਂਦੀ ਹੈ ਲੇਕਿਨ ਦੋ ਪਾੜ ਵੀ ਹੋ ਜਾਂਦੀ ਹੈ। ਤੁਸੀਂ ਹੁਣ 10 ਤੋਂ 15 ਅਗਸਤ ਤੱਕ ਹੜਤਾਲ ਕਰ ਰਹੇ ਹੋ, ਤੁਹਾਡੇ ਆਪ ਦੇ ਕਈ ਸਾਥੀ ਗੱਡੀਆਂ ਚਲਾਣਗੇ, ਫਿਰ ਕਿਵੇਂ ਤੁਹਾਡੀ ਪੂਰੀ ਹੋਈ? ਮੈਮ ਦੇਖੋ ਅਸੀਂ ਇਸੇ ਕਰਕੇ ਹੰਗਰ ਸਟ੍ਰਾਈਕ ਕਰ ਰਹੇ ਹਾਂ। ਸਾਡਾ ਪ੍ਰਸ਼ਾਸਨ ਨਾਲ, ਪਬਲਿਕ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਸਾਡੀ ਕੋਈ ਹਿੰਸਾ ਦਾ ਕੋਈ ਮਤਲਬ ਨਹੀਂ ਹੈ। ਸਾਡਾ ਬੇਸਿਕਸ ਜਿਹੜੀਆਂ ਸਾਡੀਆਂ ਨੀਡਸ ਹੈਗੀਆਂ ਨੇ, ਬੇਸਿਕ ਸਾਡੇ ਜਿਹੜੇ ਲਾਅ ਹੈਗੇ ਨੇ, ਜੋ ਐਗਰੀਕਲਚਰਲ ਲਾਅ ਬਣਿਆ ਹੈ, ਅਸੀਂ ਸਿਰਫ ਕਹਿੰਦੇ ਹਾਂ ਕਿ ਪ੍ਰਸ਼ਾਸਨ ਨੂੰ ਔਰ ਸੈਂਟਰ ਸਰਕਾਰ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਅਗਰ ਸੰਵਿਧਾਨ ਦੇ ਅਕੋਰਡਿੰਗ ਤੁਸੀਂ ਸਾਡੇ ਲਈ ਕੋਈ ਐਗਰੀਕਲਚਰ ਪਾਲਿਸੀ ਬਣਾਈ ਹੈ ਤਾਂ ਉਹਨੂੰ ਲਾਗੂ ਕੌਣ ਕਰੇਗਾ ਤੇ ਕਿਵੇਂ ਕਰੋਗੇ ਬਸ। ਤੇ ਉਹਦੇ ਲਈ ਅਸੀਂ ਭੁੱਖ ਹੜਤਾਲ ਤੇ ਅਸੀਂ ਬਹਿ ਰਹੇ ਹਾਂ। ਅਸੀਂ ਆਪਣੇ ਜਿਹੜੇ ਸਾਡੇ ਦੋਸਤ ਨੇ ਜਾਂ ਭਰਾ ਨੇ, ਸਾਡੇ ਡਰਾਈਵਰ ਨੇ ਜਾਂ ਆਟੋ ਵਾਲੇ ਨੇ, ਉਹਨਾਂ ਨੂੰ ਅਸੀਂ ਨਹੀਂ ਕਿਹਾ ਕਿ ਉਹ ਆਪਣੇ ਆਪ ਸਾਰੇ ਯੂਨੀਅਨ ਨੇ ਸਮਰਥਨ ਦਿੱਤਾ ਕਿ ਅਸੀਂ ਗੱਡੀ ਨਹੀਂ ਚਲਾਵਾਂਗੇ। ਔਰ ਫਿਰ ਵੀ ਅਗਰ ਕੋਈ ਗੱਡੀ ਚਲਾਉਂਦਾ ਹੈ ਔਰ ਅਗਰ ਕੋਈ ਬੰਦਾ ਰੋਕਦਾ ਹੈ ਜੀ, ਤੇ ਅਸੀਂ ਉਹਨੂੰ ਸਿਰਫ ਬੇਨਤੀ ਕਰ ਰਹੇ ਹਾਂ ਜੀ, ਅਸੀਂ ਉਹਨੂੰ ਜ਼ਬਰਦਸਤੀ ਨਹੀਂ ਕਹਿ ਰਹੇ। ਕਿਸੇ ਵੀ ਯੂਨੀਅਨ ਦਾ ਕੋਈ ਵੀ ਅਧਿਕਾਰੀ ਇਹ ਗੱਲ ਨਹੀਂ ਕਹਿ ਰਿਹਾ ਕਿ ਉਹਦੀ ਗੱਡੀ 'ਚ ਉਹਨੂੰ ਉਤਾਰ ਦਿਓ ਜਾਂ ਉਹ ਕਸਟਮਰ ਲੈ ਕੇ ਜਾ ਰਿਹਾ ਕਸਟਮਰ ਨੂੰ ਉਤਾਰ ਦਿਓ, ਨਹੀਂ। ਅਸੀਂ ਐਮਰਜੈਂਸੀ ਸੇਵਾ ਵੀ ਉਪਲਬਧ ਕੀਤੀ ਹੋਈ ਹੈ। ਅਗਲਾ ਆਪਣੀ ਫੈਮਿਲੀ ਨਾਲ ਕਿਤੇ ਜਾ ਰਿਹਾ ਜਾਂ ਉਹਨੂੰ ਐਮਰਜੈਂਸੀ 'ਚ ਉਹਦੇ ਕੋਲ ਇਹੀ ਗੱਡੀ ਹੈ ਜਾਂ ਮੰਨ ਲਓ ਮੇਰੇ ਕੋਲ ਵੀ ਉਹੀ ਗੱਡੀ ਹੈ, ਤਾਂ ਮੈਂ ਆਪਣੀ ਕੈਬ 'ਤੇ ਜਾਊਂਗਾ ਨਾ, ਕਿਉਂਕਿ ਮੇਰੇ ਕੋਲ ਕਨਵੈਂਸ ਤਾਂ ਉਹੀ ਹੈ। ਬਟ ਅਸੀਂ ਸਵਾਰੀ ਨਹੀਂ ਯੂਜ਼ ਕਰਾਂਗੇ, ਸਵਾਰੀ ਨਹੀਂ ਲੈ ਕੇ ਜਾਵਾਂਗੇ। ਅੱਛਾ, ਇੱਕ ਗੱਲ ਹੈਗੀ ਰੇਟ ਜੇ ਪਰ ਕਿਲੋਮੀਟਰ ਦੇ ਹਿਸਾਬ ਨਾਲ ਕੰਪਨੀ ਕਿੰਨਾ ਦਿੰਦੀ ਹੈ ਤੇ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਮਿਲਣਾ ਚਾਹੀਦਾ ਤੁਹਾਨੂੰ? ਦੇਖੋ ਮੈਮ, ਜੋ ਸਾਨੂੰ ਚੰਡੀਗੜ੍ਹ ਪ੍ਰਸ਼ਾਸਨ ਕਹਿੰਦਾ ਹੈ, ਜੋ ਸਾਨੂੰ ਏਸੀ ਟੈਕਸੀ ਦਾ ਰੇਟ ਦਿੰਦਾ ਉਹ 34 ਰੁਪਏ ਪਰ ਕਿਲੋਮੀਟਰ ਸਰਕਾਰੀ ਰੇਟ ਹੈ, ਜਿਹਦੇ 'ਚ ਉਹ ਸਿਰਫ ਇਹ ਗੱਲ ਕਹਿ ਕੇ ਛੁੱਟ ਜਾਂਦੇ ਨੇ ਕਿ ਐਗਰੀਗੇਟਰ ਨਾਲ ਸਾਡਾ ਕੋਈ ਮਤਲਬ ਨਹੀਂ ਹੈ, ਤੁਸੀਂ ਓਲਾ ਉਬਰ ਨਾਲ ਆਪਣੀ ਗੱਲ ਕਰੋ। ਐਗਰੀਗੇਟਰ ਪਾਲਿਸੀ ਦੇ ਵਿੱਚ ਇਹ ਵੀ ਨਹੀਂ ਲਿਖਿਆ ਕਿ ਤੁਸੀਂ ਇੰਨਾ ਰੇਟ ਲੈ ਸਕਦੇ ਹੋ ਕੈਬ ਬਾਰੇ। ਉਹ ਸਿਰਫ ਐਗਰੀਗੇਟਰ ਦੀ ਗਾਈਡਲਾਈਨਸ ਹੈ ਕਿ ਉਹਨਾਂ ਨੇ ਇਹ ਰੂਲਸ ਫੋਲੋ ਕਰਨੇ ਆ ਔਰ ਆਹ ਚੀਜ਼ਾਂ ਨਾਲ ਉਹਨਾਂ ਨੂੰ ਲਾਇਸੈਂਸ ਮਿਲਣਾ ਹੈ। ਅਗਰ ਉਹ ਨਹੀਂ ਕਰਦੇ ਤਾਂ ਉਹਨਾਂ ਦਾ ਲਾਇਸੈਂਸ ਰੱਦ ਹੋ ਜਾਏਗਾ। ਸਾਡੇ ਲਈ ਉਹਦੇ ਵਿੱਚ ਕੁਝ ਨਹੀਂ ਲਿਖਿਆ ਕਿਉਂਕਿ ਸਾਨੂੰ ਬਿਠਾਉਂਦੇ ਹੀ ਨਹੀਂ ਨਾ, ਜੇ ਬਿਠਾਣਗੇ ਤਾਂ ਅਸੀਂ ਕੁਝ ਬੋਲਾਂਗੇ। ਦੂਸਰੀ ਗੱਲ ਇਹ 34 ਰੁਪਏ ਮੈਕਸਿਮਮ ਹੈ ਜੀ, ਮਿਨੀਮਮ ਰੇਟ ਕਹਿੰਦੇ ਤਾਂ ਹੀ ਨਹੀਂ ਹੋਇਆ ਸਾਡਾ ਕੋਈ। ਔਰ ਉਹ ਐਗਰੀਗੇਟਰ ਪਾਲਿਸੀ ਦੇ ਵਿੱਚ ਵੀ ਲਿਖਿਆ ਹੈ ਕਿ ਸਟੇਟ ਕੋਲ ਜਾਂ ਯੂਟੀ ਕੋਲ, ਆਪਣਾ ਕਿਸੇ ਵੀ ਸਟੇਟ ਦੇ ਯੂਟੀਜ਼ ਹੈਗੇ ਨੇ ਜਿਹੜੀਆਂ ਆਪਣੇ ਨੈਸ਼ਨਲ ਦੇ, ਉਹਦੇ ਵਿੱਚ ਉਹ ਉਹਨਾਂ ਦਾ ਰਾਈਟ ਹੈਗਾ ਕਿ ਅਗਰ ਉੱਥੇ ਮਿਨੀਮਮ ਰੇਟ ਤੈਅ ਨਹੀਂ ਹੈ ਤਾਂ 25 ਤੋਂ 30 ਰੁਪਏ ਸਟੇਟ ਗਵਰਨਮੈਂਟ ਤੈਅ ਕਰ ਸਕਦੀ ਹੈ, ਪਰ ਉਹਦੇ ਤੋਂ ਵੀ ਭੱਜ ਜਾਂਦੇ ਨੇ। ਅਗਰ ਉਹਨਾਂ ਨੂੰ ਅਸੀਂ ਉਸ ਗਾਈਡਲਾਈਨ ਦੀ ਫੋਟੋ ਕਾਪੀ ਦਿੰਦੇ ਹਾਂ ਜਾਂ ਐਵੀਡੈਂਸ ਦਿੰਦੇ ਹਾਂ ਤਾਂ ਵੀ ਨਹੀਂ ਉਸ ਗੱਲ 'ਤੇ ਫੋਲੋ ਕਰਦੇ। ਔਰ 99% ਉਹ ਸਾਨੂੰ ਇਹ ਕਹਿੰਦੇ ਆ ਤੁਸੀਂ ਐਂ ਕਰੋ ਕੋਰਟ ਚਲੇ ਜਾਓ। ਤੇ ਕੋਰਟ ਜਾਣਾ, ਹਾਈ ਕੋਰਟ ਦਾ ਵਕੀਲ ਕਰਨਾ ਮੈਮ ਸਾਡੇ ਲਈ ਤਾਂ ਬਹੁਤ ਟਫ ਹੈ। 3-3 4-4 ਲੱਖ ਦਾ ਵਕੀਲ ਔਰ ਇੰਨਾ ਲੰਬੀ, ਜੋ ਸੀਨੀਅਰ ਅਗਰ ਮੰਨ ਲਓ ਓਲਾ ਉਬਰ ਦੇ ਜਾਂ ਜੁਡੀਸ਼ਰੀ ਜਾਂ ਪ੍ਰਸ਼ਾਸਨ ਜਿਹੜਾ ਓਲਾ ਉਬਰ ਦੇ ਖਿਲਾਫ ਲੜ ਰਿਹਾ ਹਾਈ ਕੋਰਟ ਦੇ ਵਿੱਚ, ਉਹ ਉਹਨਾਂ ਨੂੰ ਨਹੀਂ ਕਿਸੇ ਤਰੀਕੇ ਨਾਲ ਉਹਨਾਂ ਦੇ ਨੋਟਿਸ ਵਾਪਸ ਦੇ ਰਿਹਾ, ਲੀਗਲ ਨੋਟਿਸ ਜੋ ਕੋਰਟ ਕਿ ਨਹੀਂ ਜਾ ਰਹੇ ਨੇ, ਜਾਂ ਪ੍ਰਸ਼ਾਸਨ ਜਿਹੜਾ ਨੋਟਿਸ ਦੇ ਰਿਹਾ ਉਹਨਾਂ ਨੂੰ ਇੱਥੇ ਦੇ ਰਿਹਾ ਚੰਡੀਗੜ੍ਹ ਆਫਿਸ ਦੇ ਜਾਂ ਗੁੜਗਾਉਂ ਦੇ ਰਿਹਾ, ਉਹਨਾਂ ਦੇ ਅਸੈਪਟ ਹੀ ਨਹੀਂ ਕਰ ਰਹੇ, ਉਹ ਰਿਟਰਨ 'ਚ ਵਾਪਸ ਆ ਰਹੇ ਨੇ ਬਿਨਾਂ ਰਿਪਲਾਈ ਤੋਂ। ਤੇ ਬਸ ਅਸੀਂ ਕਿੱਥੇ ਜਾਵਾਂਗੇ? ਅਸੀਂ ਕੈਬ ਡਰਾਈਵਰ ਨੂੰ ਕਹਿ ਦਿੰਦੇ ਨੇ ਜੀ ਤੁਸੀਂ ਗੁੜਗਾਉਂ ਚਲੇ ਜਾਓ। ਚਲੋ ਮੈਂ ਕਹਿੰਦਾ ਜੀ ਅਸੀਂ 15-20 ਜਾਣੇ 50 ਬੰਦੇ ਇਕੱਠੇ ਹੋ ਕੇ ਇੱਕ ਵਾਰੀ ਚਲੇ ਵੀ ਜਾਵਾਂਗੇ। ਕੀ ਤੁਹਾਨੂੰ ਲੱਗਦਾ ਕਿ ਅਸੀਂ ਵਾਰ-ਵਾਰ ਜਾਂਦੇ ਰਵਾਂਗੇ ਉੱਥੇ? ਕੋਈ ਜਾ ਸਕਦਾ? ਸਰਵਾਈਵ ਵੀ ਕਿਵੇਂ ਕਰਾਂਗੇ? ਚੰਡੀਗੜ੍ਹ ਤੋਂ ਦਿੱਲੀ ਜਾਣਾ ਸਾਡੇ ਲਈ ਟੈਕਸ ਵਾਲੀ ਗੱਡੀ ਲੈ ਕੇ ਜਾਣੀ, ਸਾਡੀ 2000 ਰੁਪਏ ਦਾ ਖਰਚਾ ਹੈ ਜੀ ਇੱਕ ਸਾਈਡ ਦਾ। ਸਟੇਟ ਦਾ ਟੈਕਸ ਵੀ ਦੇਣਾ, ਚੰਡੀਗੜ੍ਹ ਦਾ, ਹਰਿਆਣਾ ਦਾ ਟੈਕਸ ਵੀ ਦੇਣਾ, ਪੰਜਾਬ ਦਾ ਟੈਕਸ ਵੀ ਦੇਣਾ, ਟੋਲ ਵੀ ਦੇਣੇ ਹੈ, ਦਿੱਲੀ ਦੀ ਐਮਸੀਡੀ ਵੀ ਦੇਣੀ ਹੈ। ਫਿਰ ਉਸ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ, ਫਿਰ ਉਹ ਸਾਨੂੰ ਫਿਰ ਉਹੀ ਪ੍ਰਕਿਰਿਆ ਪਰ ਡੇ ਟੈਕਸ ਦਾ ਸਾਨੂੰ ਦੇਣਾ ਪੈਣਾ। ਤੇ ਅਸੀਂ ਜਦੋਂ ਸਰਵਾਈਵ ਹੀ ਨਹੀਂ ਕਰ ਪਾ ਰਹੇ, ਸਵਾਰੀ ਸਾਨੂੰ ਨਹੀਂ ਮਿਲ ਰਹੀ ਕਿਉਂਕਿ ਬਲਾ ਔਰ ਇਨ ਡਰਾਈਵਰ ਦੇ ਸਾਨੂੰ ਇੰਟਰਸਿਟੀ ਖਤਮ ਕਰਤੀ, ਨਾ ਓਲਾ 'ਚ ਵੱਜ ਰਹੀ ਹੈ ਨਾ ਉਬਰ 'ਚ ਵੱਜ ਰਹੀ ਹੈ, ਇੰਟਰਸਿਟੀ ਉਹਦੇ 'ਚ ਵੀ ਨਹੀਂ ਵੱਜ ਰਹੀ। ਬਲਾ ਵਾਲੇ ਜਿੱਥੇ ਤੁਸੀਂ ਹੁਣ ਬੁੱਕ ਕਰੋ ਜੀ, ਮੈਂ ਔਨਲਾਈਨ ਦਿਖਾ ਦੇਣਾ ਤੁਹਾਨੂੰ 60 ਗੱਡੀਆਂ ਦਿਖ ਜਾਣਗੀਆਂ। ਉਹ ਪ੍ਰਸ਼ਾਸਨ ਨੂੰ ਵੀ ਤਾਂ ਦਿਖਦਾ ਹੈ, ਉਹ ਬੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਸਾਰੇ IAS ਆਫੀਸਰ ਨੇ, ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਨੂੰ ਕਿਵੇਂ ਫੜਨਾ ਚਾਹੀਦਾ ਪ੍ਰਾਈਵੇਟ ਉਹਨਾਂ ਨੂੰ। ਮੇਰੇ ਹਿਸਾਬ ਨਾਲ ਦੇਖੋ ਜੀ, ਚੰਡੀਗੜ੍ਹ ਪ੍ਰਸ਼ਾਸਨ ਨੂੰ
ਸਰਕਾਰ ਨੂੰ, ਪੁਲਿਸ ਨੂੰ ਅਗਰ 112 ਨੰਬਰ ਤੇ ਅਸੀਂ ਉਹਨਾਂ ਦੀ ਹੈਲਪ ਕਰਨ ਨੂੰ ਰੈਡੀ ਹੈ। ਅਸੀਂ ਆਪਣੇ ਕੰਮ ਨੂੰ ਬਚਾਉਣ ਵਾਸਤੇ ਉਹਨਾਂ ਦੀ ਹੈਲਪ ਕਰਨ ਨੂੰ ਰੈਡੀ ਹੈ। ਅਸੀਂ 112 ਨੰਬਰ ਤੇ ਕਾਲ ਵੀ ਕਰਦੇ ਹਾਂ। ਸਾਨੂੰ 4 ਘੰਟੇ ਬਿਠਾ ਕੇ ਰੱਖਿਆ ਜਾਂਦਾ ਹੈ ਕਿ ਤੁਸੀਂ ਉਹ ਗੱਡੀ ਕਿਵੇਂ ਫੜੀ, ਤੁਹਾਡੇ ਕੋਲ ਤਾਂ ਰਾਈਟ ਹੀ ਨਹੀਂ ਹੈਗਾ। ਜਦੋਂ ਸਾਡੇ ਸਾਹਮਣੇ ਵਾਈਟ ਪਲੇਟ 'ਚ ਗੱਡੀ ਅਗਲਾ ਲੈ ਕੇ ਜਾ ਰਿਹਾ, ਹਿਮਾਚਲ ਜਾ ਰਿਹਾ, ਕੋਈ ਸ਼ਿਮਲੇ ਜਾ ਰਿਹਾ 250 ਰੁਪਏ ਦੇ ਵਿੱਚ, ਤੁਸੀਂ ਪੰਜੌਰ ਚਲੇ ਜਾਓ ਜੀ, ਉਧਰ ਆਪਣੇ ਪੰਚਕੂਲਾ, ਓਲਡ ਪੰਚਕੂਲਾ ਚਲੇ ਜਾਓ, ਉੱਥੇ ਗੱਡੀਆਂ ਖੜੀਆਂ ਨੇ ਵਾਈਟ ਪਲੇਟ ਦੀਆਂ HP ਨੰਬਰ ਦੀਆਂ, ਉਹ 250 ਰੁਪਏ 'ਚ ਸ਼ਿਮਲੇ ਲੈ ਕੇ ਜਾ ਰਹੇ, ਸਾਨੂੰ ਕੌਣ 2500 3000 ਰੁਪਏ ਦੇਗਾ। ਅੱਛਾ, ਲਾਸਟ ਸਵਾਲ ਹੈਗਾ, ਪਿਛਲੇ ਦਿਨੇ ਕੈਬ ਡਰਾਈਵਰ ਦਾ ਮਰਡਰ ਹੋਇਆ, ਉਸ ਸੰਬੰਧ ਦੇ ਵਿਚਕਾਰ ਕੀ ਤੁਹਾਡੀ ਯੂਨੀਅਨ ਕੁਝ ਕਰ ਰਹੀ ਹੈ? ਕੋਈ ਮੰਗ ਹੈਗੀ ਹੈ ਪ੍ਰਸ਼ਾਸਨ ਤੋਂ ਜਾਂ ਚੰਡੀਗੜ੍ਹ ਪੁਲਿਸ ਤੋਂ? ਮੰਗ ਤਾਂ ਜੀ ਇਹ ਜੋ ਮੁਆਵਜ਼ਾ ਉਧਰੋਂ SDM ਜਾਂ ਆਪਣਾ ਜੋ ਵੀ ਅਫਸਰ ਉਸ ਟਾਈਮ ਆਏ ਸੀਗਾ 10 ਲੱਖ ਜਾਂ 15 ਲੱਖ ਦਾ ਉਹਨਾਂ ਨੇ ਕਿਹਾ ਸੀ ਲਿਖ ਕੇ ਭੇਜਾਂਗੇ, ਤੇ ਉਹ ਜਿਹੜਾ ਉਹਨੇ ਦੱਸਿਆ ਆਪਣਾ ਆਸ਼ਵਾਸਨ ਦਿੱਤਾ ਉਹਨਾਂ ਨੂੰ ਮਿਲਣਾ ਚਾਹੀਦਾ। ਬਾਕੀ ਜਿਹੜਾ ਇੱਕ ਲਾਠੀ ਚਾਰਜ ਕੀਤਾ ਗਿਆ ਵੀਰੇ, ਉਸ ਲਈ ਆਪਾਂ ਉੱਚ ਸਤਰੀ ਜਾਂਚ ਦੀ ਮੰਗ ਕਰਦੇ ਹਾਂ। ਉਸ ਸ਼ਾਂਤਪ੍ਰਿਆ ਟਿਕਨ ਢੰਗ ਨਾਲ ਸਾਡੇ ਡਰਾਈਵਰ ਜਿਹੜੇ ਭਰਾ ਬੈਠੇ ਸੀਗੇ, ਨਾ ਕੋਈ ਹੱਲਾ ਗੁੱਲਾ ਸੀਗਾ, ਨਾ ਅਸੀਂ ਕੋਈ ਰੋਡ ਜਾਮ ਕੀਤੀ, ਨਾ ਕੁਝ ਇਦਾਂ ਦੀ ਕੋਈ ਹਿੰਸਾ ਦੀ ਕੋਈ ਚੀਜ਼ ਹੋਈ। ਸ਼ਾਂਤਪੂਰਨ ਢੰਗ ਨਾਲ ਬੈਠੇ ਡਰਾਈਵਰ ਸਾਡੇ ਜਿਹੜਾ ਲਾਠੀ ਚਾਰਜ ਇਹਨਾਂ ਨੇ ਕੀਤਾ ਹੈਗਾ ਉਹ ਦੇਖੋ ਜੀ, ਯੂਨੀਅਨਸ ਦੀ ਗੱਲ ਨਹੀਂ ਹੈ, ਉਹਦੇ 'ਚ ਸਾਰੇ ਕੋਈ ਵੀ ਯੂਨੀਅਨ ਨਹੀਂ ਆਈ ਸੀ ਉੱਥੇ ਸਾਰੇ ਡਰਾਈਵਰ ਆਏ ਸੀ। ਐਜ਼ ਏ ਮੈਂ ਵੀ ਡਰਾਈਵਰ ਹੀ ਗਿਆ ਸੀ, ਠੀਕ ਹੈ ਜੀ। ਅਸੀਂ ਸਾਰੇ ਸਾਡੇ ਡਰਾਈਵਰ ਦੇ ਨਾਲ, ਦੇਖੋ ਜੀ, ਜੋ ਪਾਰਟ ਤਫਤੀਸ਼ ਦਾ ਹੈ ਉਹ ਸਹੀ ਸੀ, ਗਲਤ ਸੀ, ਕਿਆ ਨਹੀਂ, ਉਹ ਸਾਨੂੰ ਪੁਲਿਸ ਨੇ ਦੱਸਣਾ ਹੈ। ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਜ਼ਰੂਰ ਮੰਨਦੇ ਹਾਂ ਕਿ ਔਨ ਦੀ ਸਪੋਰਟ ਲਾਅ ਕੋਈ ਵੀ ਐਵੀਡੈਂਸ ਫੜਨ ਵਾਸਤੇ ਟਾਈਮ ਲੱਗਦਾ। ਅਸੀਂ ਉਹਨਾਂ ਨਾਲ ਕਦੀ ਵੀ ਇਸ ਗੱਲ ਦੀ ਜਦਾਈ ਨਹੀਂ ਕੀਤੀ ਕਿ ਤੁਸੀਂ ਟਾਈਮ ਨਾ ਲਓ। ਅਸੀਂ ਕਹਿ ਰਹੇ ਸੀ ਉਹਨਾਂ ਨੂੰ ਵੀ ਅਸੀਂ ਸ਼ਾਂਤਮਈ ਢੰਗ ਨਾਲ, ਜਿਵੇਂ ਇਸ ਤਰ੍ਹਾਂ ਪਾਰਕ ਬਣਿਆ ਹੋਇਆ, ਇਸ ਤਰ੍ਹਾਂ ਹੀ ਉਹ ਪਾਰਕ ਬਣਿਆ ਹੋਇਆ ਸੀ, ਅਸੀਂ ਕੋਈ ਰੋਡ ਬਲੌਕ ਨਹੀਂ ਕੀਤੀ, ਅਸੀਂ ਕੁਝ ਨਹੀਂ ਕੀਤਾ। ਸਾਈਡ ਤੇ ਸਰਵਿਲੈਂਸ 'ਚ ਗੱਡੀਆਂ ਲਾ ਕੇ ਅਸੀਂ ਉੱਥੇ ਬੈਠੇ, ਔਰ ਇਹ ਵੀ ਨਹੀਂ ਹੈ ਕਿ ਸਾਡਾ 12000 14000 ਕੈਬ ਬੰਦਾ ਉੱਥੇ ਪਹੁੰਚ ਗਿਆ। ਅਸੀਂ ਸਿਰਫ 200 250 ਬੰਦਾ ਸੀ ਉੱਥੇ ਜੋ ਭਰ ਕੇ, ਔਰ ਜੋ ਵੀ ਉੱਥੇ ਗਏ ਸੀ ਨਿਊਜ਼ ਚੈਨਲ, ਉਹਨਾਂ ਨੇ ਵੀ ਉਹਨਾਂ ਨੂੰ ਕੈਰੀ ਕੀਤਾ, ਹੈ ਨਾ ਜੀ। ਉਸ ਚੀਜ਼ ਨੂੰ ਅਸੀਂ ਕਹਿ ਰਹੇ ਸੀ ਕਿ ਅਸੀਂ ਸ਼ਾਂਤਮਈ ਢੰਗ ਨਾਲ ਬੈਠਦੇ ਹਾਂ, ਤੁਸੀਂ ਇਹਨੂੰ 2-4 ਦਿਨ ਦਾ ਟਾਈਮ ਲਓ, 7 ਦਿਨ ਲਓ, 10 ਦਿਨ ਲਓ, ਅਸੀਂ ਆਰਾਮ ਨਾਲ ਇੱਥੇ ਬੈਠਾਂਗੇ। ਜੋ ਵੀ ਸਾਡੀ ਰੋਟੀ ਪਾਣੀ ਜੋ ਵੀ ਇੱਥੇ ਹੋਏਗਾ, ਅਸੀਂ ਆਪਣੀ ਜੋ ਵੀ ਸਾਨੂੰ ਸੇਵਾ, ਅਸੀਂ ਪਬਲਿਕ ਨੂੰ ਨਾ ਪਰੇਸ਼ਾਨ ਕਰਾਂਗੇ, ਨਾ ਹੀ ਤੁਹਾਨੂੰ ਪਰੇਸ਼ਾਨ ਕਰ ਰਹੇ ਹਾਂ। ਤੁਸੀਂ ਆਪਦੀ ਇਨਵੈਸਟੀਗੇਸ਼ਨ ਸਟਾਰਟ ਕਰੋ। ਬਟ ਸਾਡੀ ਮੇਨ ਡਿਮਾਂਡ ਹੈ ਕਿ ਉਹਦੇ 2 ਛੋਟੇ ਬੱਚੇ ਨੇ, ਉਹ ਰਾਜਸਥਾਨ ਤੋਂ ਇੱਥੇ ਰਹਿੰਦਾ ਆਪਣੀ ਸਿਸਟਰ ਕੋਲ, ਉਹਦੇ ਕੋਲ ਹਾਊਸ ਵੀ ਨਹੀਂ ਹੈ, ਅਤੇ ਉਹ ਵਿਚਾਰਾ 10-12 ਸਾਲੋਂ ਤੋਂ ਇਸ ਕੈਬ ਦੇ ਵਿੱਚ ਹੈ ਕਿ ਉਹ ਅੱਜ ਬਹੁਤ ਪਰੇਸ਼ਾਨ ਹੈ, ਅਤੇ ਉਹਦੇ ਕੋਲ ਕੁਝ ਵੀ ਹੈ ਨਹੀਂ ਹੈ ਜੀ। ਅਸੀਂ ਪਿੱਛੇ ਜੋ ਉਹਦੀ ਬੈਕਗਰਾਊਂਡ ਚੈੱਕ ਕੀਤੀ ਹੈ ਨਾ ਜੀ, ਐਂਬੂਲੈਂਸ ਲੈ ਕੇ ਜਾਣ ਵਾਸਤੇ ਵੀ ਫੰਡ ਨਹੀਂ ਸੀਗਾ ਜੀ ਉਹਨਾਂ ਨੂੰ। 400 ਕਿਲੋਮੀਟਰ ਉਹਨਾਂ ਦਾ ਝੁੰਝਰੂ ਜਿਹੜਾ ਪਿੰਡ ਪੈ ਰਿਹਾ ਸੀ ਰਾਜਸਥਾਨ 'ਚ, 800 ਅਪ ਡਾਊਨ ਤੇ 12-13 ਹਜ਼ਾਰ ਦਾ ਬਿੱਲ ਬਣ ਰਿਹਾ ਸੀ। ਜੋ ਮੈਨੂੰ ਪ੍ਰਸ਼ਾਸਨ ਦੇ ਅਧਿਕਾਰੀ ਕਿਸੇ ਨੇ, ਸੀਨੀਅਰ ਨੇ ਮੈਨੂੰ ਕਿਹਾ ਕਿ ਅਸੀਂ ਉਹ ਬਿੱਲ ਪ੍ਰਸ਼ਾਸਨ ਪੇ ਕਰੇਗਾ, ਔਰ ਇਹ ਸਭ ਤੋਂ ਵੱਡੀ ਨਾਕਾਮੀ ਹੈ ਜੀ। ਮੈਂ ਜਿਹੜੀ ਗੱਲ ਮੀਡੀਆ ਕਿਸੇ ਨੂੰ ਨਹੀਂ ਦਿਖਾ ਰਹੀ, ਕਿਸੇ ਨੂੰ ਗੱਲ ਨਹੀਂ ਕਰ ਰਹੀ, ਮੈਂ ਬਿਲਕੁਲ ਸਟੇਟ ਤੇ ਜਾਂ ਪੁਲਿਸ ਤੇ ਕੋਈ ਵੀ ਗੱਲ ਨਹੀਂ ਕਰ ਰਿਹਾ। 25 ਤੋਂ 35 ਮਿੰਟ ਮੈਡਮ ਐਂਬੂਲੈਂਸ ਨਹੀਂ ਪਹੁੰਚੀ, ਜਿਹਦੇ ਕਰਕੇ ਇਹ ਸਾਰੇ ਵੀਰ ਸਾਡੇ ਉੱਥੇ ਲੈ ਕੇ ਗਏ ਸੀ ਬੋਡੀ ਨੂੰ, ਔਰ ਡਾਕਟਰ ਸਾਹਿਬ ਨੇ ਕਿਹਾ ਕਿ ਅਗਰ 10 ਮਿੰਟ ਵੀ ਪਹਿਲਾਂ ਆ ਜਾਂਦੇ ਤਾਂ ਮੈਂ ਉਹਨਾਂ ਨੂੰ ਬਚਾ ਸਕਦਾ ਸੀ। 30 ਮਿੰਟ ਐਂਬੂਲੈਂਸ ਲੇਟ ਹੋਈ, ਪੂਰੀ 30 ਮਿੰਟ ਦੇ ਚੱਕਰ 'ਚ ਉਸ ਬੰਦੇ ਦੀ ਡੈਥ ਹੋ ਗਈ। ਪਰ ਚੰਡੀਗੜ੍ਹ ਦੇ ਵਿਚਕਾਰ ਤਾਂ ਕਿਹਾ ਜਾਂਦਾ ਹੈ ਕਿ ਜ਼ਿਆਦਾ ਉਹ ਮੁੱਲਾਂਪੁਰ ਪਹੁੰਚ ਗਏ ਸੀ ਜੀ ਪੰਜਾਬ, ਹੈ ਨਾ ਜੀ। ਉਹ ਚੰਡੀਗੜ੍ਹ, ਅਸੀਂ ਚੰਡੀਗੜ੍ਹ ਦੀ ਇਸ ਗੱਲ ਦੀ ਸਿਫਤ ਕਰਦੇ ਹਾਂ ਕਿ ਉਹ ਇਹਨਾਂ ਚੀਜ਼ਾਂ ਨੂੰ, ਚਾਹੇ ਉਹ PCR 112 ਨੰਬਰ ਹੈ, ਚਾਹੇ ਐਂਬੂਲੈਂਸ ਹੈ, ਕੁਛ ਹੀ ਬਿਟਾ ਜੋ ਬੰਦੇ ਨੂੰ ਆਪਣੀ ਸੇਵਾ ਜ਼ਰੂਰ ਦਿੰਦੇ ਨੇ। ਪਰ ਅਸੀਂ ਪ੍ਰਸ਼ਾਸਨ ਨੂੰ ਕੁਛ ਨਹੀਂ ਕਹਿ ਰਹੇ, ਪਰ ਐਂਬੂਲੈਂਸ ਨਾ ਪਹੁੰਚਣ ਦਾ ਕੰਮ ਹੀ ਅਗਰ ਉਹ ਪੰਜਾਬ ਦੇ ਵਿੱਚ ਆਇਆ ਤਾਂ ਪੰਜਾਬ ਸਰਕਾਰ ਨੂੰ ਉਹਦੇ ਬੱਚਿਆਂ ਦੀ ਪੜ੍ਹਾਈ ਲਈ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਮੁਆਵਜ਼ਾ ਦੇਣਾ ਚਾਹੀਦਾ, ਕਿਉਂਕਿ ਇਹ ਹਰ ਡਰਾਈਵਰ ਨਾਲ ਹੋ ਰਿਹਾ ਹੈ। ਮੈਡੀਕਲ ਇੰਸ਼ੋਰੈਂਸ ਜਦੋਂ ਕਿਸੇ ਵੀ ਕੰਪਨੀ ਦੇ ਵਿੱਚ ਉਹ ਹੈਗਾ, ਇਹ ਐਗਰੀਗੇਟਰ ਪਾਲਿਸੀ ਦੇ ਲਿਖਿਆ ਹੈ ਕਿ ਓਲਾ ਉਬਰ ਜਿਹੜੀ ਵੀ ਕੰਪਨੀ ਜੋ ਅਟੈਚ ਹੋਏਗਾ, ਐਗਰੀਗੇਟਰ ਦਾ ਸਭ ਤੋਂ ਪਹਿਲਾ ਕੰਮ ਹੈ ਜੀ ਉਹਨੂੰ ਇੱਕ ਟ੍ਰੇਨਿੰਗ ਦਿਵਾਉਣੀ ਹੈ ਸਾਲ ਦੇ ਵਿੱਚ 15 ਦਿਨਾਂ ਦੀ, ਉਹਨੂੰ ਸਾਰੇ ਲਾਜ਼ ਬਣਵਾਏਗਾ। ਦੂਸਰੀ, ਉਹਦਾ 5 ਲੱਖ ਦਾ ਮੈਡੀਕਲ ਇੰਸ਼ੋਰੈਂਸ, ਜਿਹਦੀ ਸਾਲ ਦਾ 5% ਇੰਕਰੀਜ਼ ਹੋਏਗਾ, ਔਰ 10 ਲੱਖ ਦਾ ਟਰਮ ਇੰਸ਼ੋਰੈਂਸ ਹੋਣਾ ਚਾਹੀਦਾ ਹੈ, ਜੋ ਕਿਸੇ ਵੀ ਡਰਾਈਵਰ ਦਾ, ਚਾਹੇ ਉਹ 10 ਸਾਲ ਤੋਂ ਚਲਾ ਰਿਹਾ, ਚਾਹੇ 8 ਸਾਲ ਤੋਂ ਚਲਾ ਰਿਹਾ, ਚਾਹੇ ਅੱਜ ਚਲਾ ਰਿਹਾ, ਕਿਸੇ ਦਾ ਵੀ ਮੈਡੀਕਲ ਇੰਸ਼ੋਰੈਂਸ ਨਹੀਂ ਹੈ ਮੈਮ। ਤੇ ਫਿਰ ਐਗਰੀਕਲਚਰ ਪਾਲਿਸੀ ਦੀਆਂ ਧੱਜੀਆਂ ਉਡਾਈਆਂ, ਕੁਛ ਪੁੱਛ ਨਹੀਂ ਰਹੇ, ਲਾਜ਼ ਮੰਨ ਨਹੀਂ ਰਹੇ। ਫਿਰ ਉਹਨਾਂ ਕੰਪਨੀਆਂ ਦੇ ਖਿਲਾਫ ਪ੍ਰਸ਼ਾਸਨ ਸੁਸਤ ਕਿਉਂ ਹੈ? ਜਾਂ ਤਾਂ ਕੁਛ ਚੱਲ ਰਿਹਾ ਜੀ ਇਹਨਾਂ ਦੇ ਆਪਸ ਦੇ ਵਿੱਚ, ਜਾਂ ਫਿਰ ਇਹ ਸਾਨੂੰ ਬਿਲਕੁਲ ਹੀ ਗੁੰਮਰਾਹ ਕਰਨਾ ਚਾਹੁੰਦੇ ਨੇ। ਔਰ ਇਹ ਮੈਡਮ ਇਹ ਦੱਸੋ, ਤੁਸੀਂ 5% ਸਾਡਾ ਸਰਵਿਸ ਟੈਕਸ ਕੱਟਦੇ ਨੇ, 80% ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੀ, 80% ਬੰਦੇ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਫੋਨ ਦੀ ਐਪਲੀਕੇਸ਼ਨ, ਇਹ ਡਿਜੀਟਲ ਜੇ ਐਂਡਰੋਇਡ ਫੋਨ ਵੀ ਚਲਾਣੇ ਨਹੀਂ ਆਉਂਦੇ ਕਈ ਡਰਾਈਵਰਾਂ ਨੂੰ, ਉਹ ਰਿਟਰਨ ਹੀ ਨਹੀਂ ਭਰਦੇ ਮੈਮ। 5% ਸਰਵਿਸ ਟੈਕਸ ਉਹ ਵਾਪਸ ਕਿੱਥੋਂ ਲੈਣਗੇ? 80% ਉਹ ਵੀ ਗਬਲਾਈ ਹੈ ਮੈਡਮ, ਉਹ ਵੀ ਉਹਨਾਂ ਕੋਲ ਹੀ ਜਾ ਰਿਹਾ ਹੈ। ਜਿਹੜੀ ਕੱਢਦੀ ਉਹ ਵੀ ਕੰਪਨੀ GST ਵੀ ਕਰ ਰਹੀ ਹੈ। ਦੱਸੋ ਮੇਰੀ ਗੱਲ ਸੁਣੋ, ਅਸੀਂ ਕੋਈ ਬਿੱਲ ਕਰਦੇ ਹਾਂ, ਜਿਵੇਂ ਮੈਂ ਤੁਸੀਂ ਹੋਟਲ ਜਾਂਦੇ ਹੋ, ਕਿਤੇ ਜਾਂਦੇ ਹੋ, ਬਿੱਲ ਦੇ ਕਰਦੇ ਹੋ, ਜਾਂ ਪਿਆਰ ਤੁਸੀਂ ਕੱਪੜੇ ਲੈਂਦੇ ਆ, ਉਹਦਾ GST ਕਸਟਮਰ ਪੇ ਕਰਦਾ ਹੈ ਜਾਂ ਉਹ ਜਿਹਦੇ ਤੋਂ ਆਪਾਂ ਪ੍ਰੋਡਕਟ ਲਿਆ ਉਹ ਪੇ ਕਰਦਾ ਹੈ? ਉਹ 18% ਜਿਹੜਾ GST ਉਹ ਸਾਡੇ ਸਰਵਿਸ ਚੋਂ ਕੱਟਿਆ ਜਾ ਰਿਹਾ, ਉਲਟਾ ਟੈਕਸ ਅਸੀਂ ਦੇ ਰਹੇ ਹਾਂ। ਜਾਂ ਤਾਂ ਫਿਰ ਐਗਰੀਗੇਟਰ ਹੈਗੇ ਨੇ, ਉਹ ਸਾਰੇ ਟੈਕਸ ਸਟੇਟ ਜਿਹੜਾ ਕਮਰਸ਼ੀਅਲ ਸਾਡਾ ਲਾਇਸੈਂਸ ਹੈ ਜਾਂ ਸਾਡਾ ਇੰਸ਼ੋਰੈਂਸ ਹੈ, ਸਾਡੀ ਗੱਡੀ ਦੀ ਜਿਹੜੀ ਹੁਣ ਇਹ ਕਹਿੰਦੇ ਜੀ ਪੈਂਡਿੰਗ ਪੱਟੀ ਤੁਸੀਂ ਲਵਾਓ,
12 15 ਹਜ਼ਾਰ ਦਾ ਪੈਨਿਕ ਬਟਨ ਕੌਣ ਲਵਾਏਗਾ ਜੀ? ਜੇ ਸਾਡੇ ਕੋਲ ਹੋਣ ਤਾਂ ਅਸੀਂ ਲਵਾਈਏ। ਔਰ ਐਗਰੀਗੇਟਰ ਅਗਰ ਤੁਸੀਂ ਇਹ ਲੂਪ ਬਣਾਇਆ ਹੈ ਕਮਰਸ਼ੀਅਲ ਗੱਡੀ ਦਾ, ਤਾਂ ਜਿਵੇਂ ਹੁਣ 에ਅਰ ਬੈਗ ਸੇਫਟੀ ਸ਼ੁਰੂ ਹੋਈ ਹੈ ਨਾ ਜੀ, ਜਾਂ ਉਹਨਾਂ ਨੇ ਕਿਹਾ ਜੀ ਫਾਇਰ ਸਿਲੰਡਰ ਆਉਣਾ ਚਾਹੀਦਾ, ਉਹ ਕੰਪਨੀ ਫਿਟਡ ਆਉਣ ਲੱਗ ਗਿਆ ਨਾ, ਤਾਂ ਤੁਸੀਂ ਉਹਦੇ ਵਿੱਚ ਹੀ ਆਲਰੇਡੀ ਸ਼ੁਰੂ ਕਰ ਦਿਓ ਕਿ ਕਮਰਸ਼ੀਅਲ ਗੱਡੀ ਦੇ ਵਿੱਚ ਆਲ ਇੰਡੀਆ ਦੇ ਵਿੱਚ ਜਿਹੜੀ ਵੀ ਗੱਡੀ ਨਿਕਲੇਗੀ ਉਸੇ ਵੇਲੇ ਬਾਈ ਜੀ 12000 ਰੁਪਏ ਮਹਿੰਗਾ ਪਏਗੀ ਗੱਡੀ, ਲੈਣੀ ਹੈ ਲਓ, ਨਹੀਂ ਤਾਂ ਨਾ ਲਓ। ਤੁਸੀਂ ਬਾਅਦ ਦੇ ਵਿੱਚ ਉਹ ਇਹ ਕੰਡੀਸ਼ਨ ਕਿਉਂ ਲਗਾਉਂਦੇ ਹੋ? ਉਹ ਗੱਡੀ ਉੱਥੋਂ ਹੀ ਲੱਗ ਕੇ ਆਵੇ GPS, ਜਿਹੜਾ ਕਮਰਸ਼ੀਅਲ ਯੂਜ਼ ਕਰ ਰਿਹਾ ਔਰ ਜੋ ਕਮਰਸ਼ੀਅਲ ਯੂਜ਼ ਨਹੀਂ ਕਰ ਰਿਹਾ। ਮੈਮ 9080 ਐਕਟ ਜੋ ਸਾਡਾ ਵਹੀਕਲ ਐਕਟ ਹੈ, ਉਹਦੇ ਵਿੱਚ ਤੁਸੀਂ ਕੋਈ ਬੰਦਾ ਆਪਣੇ ਦੋਸਤ ਨੂੰ ਜਾਂ ਕਿਸੇ ਵੀ ਪਰਿਵਾਰ ਨੂੰ ਜਾਂ ਕਿਸੇ ਵੀ ਜਗ੍ਹਾ ਤੋਂ ਲਿਫਟ ਵੀ ਨਹੀਂ ਦੇ ਸਕਦੇ, ਉਹਦਾ ਵੀ 2000 ਦਾ ਚਲਾਨ ਹੈ, ਜਿਹਨੂੰ ਤੁਸੀਂ ਕੋਈ ਪੇ ਵੀ ਨਹੀਂ ਲੈ ਵੀ ਨਹੀਂ ਰਹੇ। ਕਾਰ ਪੂਲਿੰਗ ਤਾਂ ਬਹੁਤ ਦੂਰ ਦੀ ਗੱਲ ਹੈ, ਅਨਨੋਨ ਬੰਦੇ ਨੂੰ ਤੁਸੀਂ ਅਨਨੋਨ ਨੰਬਰ ਨੂੰ ਕਿਸੇ ਬੰਦੇ ਨੂੰ ਆਪਣੇ ਨਾਲ ਲਿਫਟ ਵੀ ਨਹੀਂ ਦੇ ਸਕਦੇ, ਉਹਦੇ ਤੇ ਵੀ 2000 ਦਾ ਚਲਾਨ ਹੈ, ਲਾਅ ਦੇ ਵਿੱਚ ਲਿਖਿਆ ਹੋਇਆ ਹੈ। ਤੇ ਇੱਥੇ ਤਾਂ ਗੱਡੀਆਂ ਭਰ ਕੇ ਲੈ ਕੇ ਜਾ ਰਹੀਆਂ ਨੇ ਜੀ। ਬਹੁਤ ਬਹੁਤ ਧੰਨਵਾਦ। ਤੇ ਕਾਫੀ ਵੱਡੇ ਸਵਾਲ ਸੀਗੇ ਤੇ ਵੱਡੇ ਸਵਾਲ ਜੋ ਹੈ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਰਹੇ। ਇਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜੋ ਐਗਰੀਗੇਟਰ ਨੇ ਉਹਨਾਂ ਦੇ ਖਿਲਾਫ ਜੇ ਹੈ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਹੈ 10 ਤੋਂ 15 ਅਗਸਤ ਤੱਕ ਜੇ ਹੈ ਇਹ ਭੁੱਖ ਹੜਤਾਲ ਕਰਨ ਵਾਲੇ ਨੇ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਪਿਚਲਵਾਨ, ਦੈਨਿਕ ਸਵੇਰਾ TV।